ਸਰੋਤਿਆਂ ਦੇ ਦਰਸ਼ਕਾਂ ਨੂੰ ਸੁਭਾਸ਼ ਸ਼ਰਮਾ ਦਾ ਨਮਸਕਾਰ। ਅੱਜ ਹਾਜ਼ਰ ਹੋਏ ਹਾਂ ਜੀ ਅੱਜ ਦੇ ਮੁੱਦੇ, ਔਰ ਅੱਜ ਦੇ ਮੁੱਦੇ ਵੀ ਬੜੇ ਅਹਿਮ ਮੁੱਦੇ ਨੇ ਔਰ ਇਹਨਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਬੜੀ ਡਿਟੇਲ 'ਚ ਡਿਸਕਸ ਕਰਨ ਦੀ। ਔਰ ਮੇਰੇ ਨਾਲ ਅੱਗੇ ਪਹਿਲਾਂ ਦੀ ਤਰ੍ਹਾਂ ਸਰਦਾਰ ਇੰਦਰਵੀਰ ਸਿੰਘ ਜੀ ਨੇ। ਸਤਿ ਸ਼੍ਰੀ ਅਕਾਲ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ। ਔਰ ਪ੍ਰੋਗਰਾਮ ਜਾਣ ਤੋਂ ਪਹਿਲਾਂ ਅਸੀਂ ਸਰੋਤਿਆਂ ਨੂੰ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜੇ ਅਸੀਂ ਮੁੱਦੇ ਅੱਜ ਡਿਸਕਸ ਕਰ ਰਹੇ ਹਾਂ ਉਹ ਮੁੱਦੇ ਬੜੇ ਅਹਿਮ ਨੇ, ਉਹ ਬੜੇ ਵਿਚਾਰਨ ਦੇ ਨੇ। ਔਰ ਸਾਡਾ ਦੇਸ਼ ਹਿੰਦੁਸਤਾਨ ਅਤੇ ਸਾਡਾ ਪ੍ਰਦੇਸ਼ ਪੰਜਾਬ ਇੱਕ ਅਹਿਮ ਮੋੜ ਦੇ ਉੱਤੇ ਹੈ ਔਰ ਇੱਥੋਂ ਇੱਕ ਨਵੀਂ ਲਹਿਰ ਅਤੇ ਨਵੀਂ ਮੂਵਮੈਂਟ ਪੈਦਾ ਹੋਣੀ ਹੈ। ਇਹਦੇ ਦਿਸ਼ਾ ਔਰ ਦਸ਼ਾ ਇਹਨੇ ਸਾਬਤ ਕਰਨੀ ਆ ਔਰ ਦੱਸਣੀ ਆ ਕਿ ਮੁਲਕ ਨੇ ਕਿੱਧਰ ਨੂੰ ਜਾਣਾ ਹੈ ਔਰ ਆਉਣ ਵਾਲਾ ਸਮਾਂ ਜਿਹੜਾ ਆ ਉਹ ਕਿੱਦਾਂ ਦਾ ਹੋਵੇਗਾ, ਕਿਉਂਕਿ ਹਿੰਦੁਸਤਾਨ ਇੱਕ ਉੱਭਰਦੀ ਤਾਕਤ ਹੈ, ਆਰਥਿਕ ਤਾਕਤ ਹੈ। ਉਹਨੇ ਇੱਕ ਦਿਸ਼ਾ ਦੇਣੀ ਹੈ ਔਰ ਉਹਦਾ ਸੰਸਾਰ ਦੀ ਆਰਥਿਕਤਾ 'ਤੇ, ਸੰਸਾਰ ਦੀ ਰਾਜਨੀਤੀ 'ਤੇ ਇਹਦਾ ਕੀ ਅਸਰ ਹੋਏਗਾ, ਇਹ ਅਸੀਂ ਸਾਰੇ ਮੁੱਦੇ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਅੱਜ ਦਾ ਮੁੱਦਾ ਇਹ ਮੁੱਦਾ ਪੰਜਾਬ ਦੀ ਰੀੜ੍ਹ ਦੀ ਹੱਡੀ ਆਰਥਿਕਤਾ ਦੇ ਨਾਲ ਜੁੜਿਆ ਹੈ। ਕਿਉਂਕਿ ਪੰਜਾਬ ਦੀ ਕਿਸਾਨੀ, ਕਿਉਂਕਿ ਪੰਜਾਬ ਦਾ ਜਿਹੜਾ ਵੀ ਢਾਂਚਾ ਹੈ ਉਹ ਕਿਸਾਨੀ ਦੇ ਉੱਤੇ ਡਿਪੈਂਡ ਆ। ਉਹਨਾਂ ਦੀ ਰੋਟੀ ਰੋਜੀ ਸਾਰੀ ਕਿਸਾਨੀ 'ਤੇ ਡਿਪੈਂਡ ਆ। ਅੱਜ ਅਸੀਂ ਉਹ ਮਸਲੇ ਨੂੰ ਡਿਸਕਸ ਕਰਨਾ, ਕਿਉਂਕਿ ਪਾਰਲੀਮੈਂਟ ਦੇ ਵਿੱਚ ਅੱਜ 3 ਆਰਡੀਨੈਂਸ ਆ ਚੁੱਕੇ ਆ ਜਿਨ੍ਹਾਂ ਨੂੰ ਬਿੱਲ ਦੇ ਰੂਪ ਦਿੱਤਾ ਜਾ ਚੁੱਕਾ ਔਰ ਪਾਸ ਹੋ ਚੁੱਕੇ ਆ। ਔਰ ਵੱਖਰੀਆਂ ਵੱਖਰੀਆਂ ਪਾਰਟੀਆਂ ਦਾ ਵੱਖਰਾ ਵੱਖਰਾ ਰਿਐਕਸ਼ਨ ਹੈ ਔਰ ਲੋਕਾਂ ਦਾ ਕੀ ਰਿਐਕਸ਼ਨ ਆ ਇਹ ਵੀ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਸ ਦੇ ਬਾਵਜੂਦ ਸਰਦਾਰ ਇੰਦਰਜੀਤ ਸਿੰਘ ਜੀ, ਕਿ ਜਦੋਂ ਸਾਡਾ ਦੇਸ਼ ਕਰੋਨਾ ਦੇ ਨਾਲ ਜੂਝ ਰਿਹਾ ਔਰ ਉਦੋਂ ਚੀਨ ਦੀ ਜੀ ਸਮੱਸਿਆ, ਸਾਡੀ ਬਾਰਡਰ ਦੀ ਸਮੱਸਿਆ, ਪਾਕਿਸਤਾਨ ਦੇ ਨਾਲ ਸਮੱਸਿਆ, ਉਹ ਵੀ ਬੜੀ ਗੰਭੀਰ ਹੈ। ਔਰ ਤੀਸਰੀ ਜਿਹੜੀ ਆ ਉਹ ਆਰਥਿਕ ਮਸਲਾ, ਕਿਉਂਕਿ ਦੇਸ਼ ਦੀ GDP ਆ ਉਹ ਮਾਈਨਸ ਹੋ ਗਈ ਹੈ, ਮਾਈਨਸ 23.90। ਹਾਂਜੀ। ਔਰ ਉਹ ਤਿੰਨੇ ਮਸਲੇ ਜਿਹੜੇ ਆ ਉਹ ਬੜੇ ਗੰਭੀਰ ਨੇ। ਉਹਨਾਂ ਨੂੰ ਬਜਾਏ ਡੀਲ ਕਰਨ ਦੀ ਅੱਜ ਪਾਰਲੀਮੈਂਟ 'ਚ ਇਸ ਸਰਕਾਰ ਨੇ, ਚਾਹੇ ਕਿ BJP ਵਾਲਿਆਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ 2002 ਤੋਂ 1 ਤੋਂ ਹੀ ਇਹ ਮੈਨੀਫੈਸਟੋ ਰੱਖਿਆ ਸੀ ਇਹ ਮਸਲਾ ਕਿ ਆਪਾਂ ਇਸ ਨੂੰ ਖਤਮ ਕਰਨਾ, ਜਿਹੜੀ ਹੈ MSP ਆ ਔਰ ਜਿਹੜੀ ਫ੍ਰੀ ਮਾਰਕੀਟ ਕਰਨੀ ਹੈ ਜਿਹੜੀ ਐਗਰੀਕਲਚਰ ਦੀ ਵੀ। ਲੇਕਿਨ ਅੱਜ ਦੇ ਹਾਲਾਤਾਂ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਕੀ ਇਹ ਜਾਇਜ਼ ਕੀਤਾ, ਕੀ ਇਹ ਨਜਾਇਜ਼ ਕੀਤਾ ਹੈ। ਆਪਾਂ ਮੈਨੂੰ ਪਹਿਲਾਂ ਇਹ ਦੱਸੋ ਵੀ ਇਹਨਾਂ ਹਾਲਾਤਾਂ ਦੇ ਬਾਵਜੂਦ, ਜਦ ਕਿ ਕਰੋਨਾ ਹੈ ਦੇਸ਼ ਦੇ ਵਿੱਚ, ਆਰਥਿਕਤਾ ਹੈ, ਅੱਗੇ ਕਿਸਾਨੀ ਸਿਰਫ ਇੱਕ ਐਸੀ ਸੀ ਜਿਹੜੀ ਐਗਰੀਕਲਚਰ ਸੈਕਟਰ ਸੀ ਜਿਹਨੇ 3% GDP ਦੀ ਗਰੋਥ ਦਿੱਤੀ ਹੈ। ਬਿਲਕੁਲ ਹਾਂਜੀ। ਬਿਲਕੁਲ। ਔਰ ਉਹਦੇ ਉੱਤੇ ਵੀ ਬੜਾ ਵੱਡਾ ਕੁਹਾੜਾ ਇਸ ਸਰਕਾਰ ਨੇ ਮਾਰਤਾ। ਕਿ ਉਹ ਸਹੀ ਕੀਤਾ ਕਿ ਗਲਤ ਕੀਤਾ, ਇਹਨੂੰ ਜਰਾ ਵਿਸਤਾਰ ਦੇ ਵੀ ਦੱਸੋ। ਦੇਖੋ, ਇਸ ਤਰ੍ਹਾਂ ਹੈ ਜੀ ਕਿ ਜਿਹੜਾ ਪਹਿਲਾ ਮਸਲਾ ਹੈ, ਪਹਿਲਾਂ ਤਾਂ ਆਪਾਂ ਇਹ ਦੇਖੀਏ ਕਿ ਜਦੋਂ ਇਹ ਆਰਡੀਨੈਂਸ ਜਾਰੀ ਕੀਤੇ ਗਏ ਜੂਨ ਦੇ ਵਿੱਚ, ਉਦੋਂ ਇਹਨਾਂ ਨੇ ਇੱਕ ਮੋਦੀ ਸਰਕਾਰ ਵੱਲੋਂ ਇੱਕ ਬਹੁਤ ਵੱਡਾ ਸਾਰਾ ਫਾਈਨੈਂਸ਼ੀਅਲ ਪੈਕੇਜ 20,000 ਲੱਖ ਕਰੋੜ ਦਾ ਪੈਕੇਜ ਦਿੱਤਾ ਗਿਆ ਸੀ। ਔਰ ਉਸ ਵਕਤ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਐਗਰੀਕਲਚਰ ਸੈਕਟਰ ਦੇ ਵਿੱਚ ਜਿਹੜੀਆਂ ਹੈ ਲੋੜੀਂਦੀਆਂ ਤਬਦੀਲੀਆਂ, ਜਿਹੜੀਆਂ ਰਿਫਾਰਮਸ ਜਿਹੜੇ ਹੈ ਉਹ ਲੈ ਕੇ ਆਉਣਾ ਚਾਹੁੰਦੇ ਆ। ਉਹਦੇ ਸੰਦਰਭ ਦੇ ਵਿੱਚ ਫਿਰ ਜਿਹੜੇ ਇਹ 3 ਆਰਡੀਨੈਂਸ ਜਿਹੜੇ ਹੈਗੇ ਆ ਉਹ ਜਾਰੀ ਕੀਤੇ ਗਏ ਤੇ ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ ਇਹ 3 ਆਰਡੀਨੈਂਸ ਨੂੰ ਬਿੱਲ ਤੋਂ ਬਾਅਦ ਐਕਟ ਬਣਾਇਆ ਜਾ ਰਿਹਾ। ਠੀਕ। ਹੁਣ ਜਿਹੜਾ ਤੁਸੀਂ ਸਵਾਲ ਕਰ ਰਹੇ ਹੈਗੇ ਹੋ ਉਹ ਹੈਗਾ ਕਿ ਜਿਹੜੇ ਇਹ 3 ਆਰਡੀਨੈਂਸ ਜਿਹੜੇ ਹੁਣ ਐਕਟ ਦੇ ਰੂਪ ਵਿੱਚ ਪਾਰਲੀਮੈਂਟ 'ਚ ਪੇਸ਼ ਕੀਤੇ ਗਏ ਆ ਔਰ ਇਹਨਾਂ ਨੂੰ ਜਿਹੜੀ ਪਾਰਲੀਮੈਂਟ ਹੈ ਉਹਨਾਂ ਨੇ ਪਾਸ ਕਰਨਾ ਹੈ, ਉਹਦੇ ਸੰਦਰਭ ਦੇ ਵਿੱਚ ਆਪਾਂ ਨੂੰ ਵੇਖਣਾ ਪਏਗਾ ਕਿ ਕੀ ਜਿਹੜਾ ਅੱਜ ਦਾ ਮੌਜੂਦਾ ਸਿਸਟਮ ਹੈ ਉਹ ਕੀ ਹੈਗਾ ਜਿਹਦੇ ਵਿੱਚ ਕਿ ਚੇਂਜ ਦੀ ਗੱਲ ਕੀਤੀ ਜਾ ਰਹੀ ਹੈ। ਆਮ ਤੌਰ 'ਤੇ ਜਦੋਂ ਤੁਸੀਂ ਕੋਈ ਟੈਲੀਵਿਜ਼ਨ ਦੇਖਦੇ ਹੋ, ਕੋਈ ਨਿਊਜ਼ਪੇਪਰ ਦੇਖਦੇ ਹੋ, ਤਾਂ ਉਹਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਇਸ ਚੇਂਜਸ ਦੇ ਨਾਲ, ਇਹਨਾਂ ਤਬਦੀਲੀਆਂ ਦੇ ਨਾਲ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਦਾ ਰਜੀਮ ਹੈ, ਜਿਹੜਾ ਕਿ ਕਈ ਸਾਲਾਂ ਤੋਂ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਵੈਸਟਰਨ UP ਦੇ ਵਿੱਚ ਖਾਸ ਕਰਕੇ ਜਿਹੜਾ ਕਿ ਪ੍ਰੋਕਿਉਰਮੈਂਟ ਆਫ ਫੂਡ ਗ੍ਰੇਨ ਨਾਲ ਰਿਲੇਟਡ ਸੀ, ਉਹ ਚੱਲ ਰਿਹਾ ਸੀ। ਹਾਲਾਂਕਿ ਬਾਕੀ ਦੀਆਂ ਜਿਹੜੀਆਂ ਐਗਰੀਕਲਚਰ ਕ੍ਰੌਪਸ ਹੈਗੀਆਂ
ਜਿੱਦਾਂ ਮੂੰਗਫਲੀ ਹੋ ਗਈ, ਦਾਲਾਂ ਹੋ ਗਈਆਂ, ਉਹਨਾਂ ਉੱਤੇ ਵੀ ਸਰਕਾਰ ਵੱਲੋਂ MSP ਹਰ ਸਾਲ ਅਨਾਉਂਸ ਕੀਤੀ ਜਾਂਦੀ ਹੈ। ਪਰ ਜਿਸ ਸੀਰੀਅਸਨੈਸ ਦੇ ਨਾਲ, ਜਿਸ ਸ਼ਿੱਦਤ ਦੇ ਨਾਲ ਪੰਜਾਬ, ਹਰਿਆਣਾ ਔਰ ਵੈਸਟਰਨ ਯੂਪੀ ਦੇ ਵਿੱਚ ਪੈਡੀ, ਕਣਕ ਦੀ ਪ੍ਰੋਕਿਉਰਮੈਂਟ ਕੀਤੀ ਜਾਂਦੀ ਹੈ, ਇਹ ਲਾਸਾਨੀ ਹੈਗੀ ਸੀ। ਔਰ ਪਿਛਲੇ ਕਈ ਸਾਲਾਂ ਤੋਂ ਜਿਹੜੀ ਇਹ ਪ੍ਰੋਕਿਉਰਮੈਂਟ ਦਾ ਜਿਹੜਾ ਕੰਮ ਹੈਗਾ ਬੜਾ ਵਧੀਆ ਚੱਲ ਰਿਹਾ ਸੀ। ਹੁਣ ਜਿਹੜਾ ਇਸ ਵੇਲੇ ਇਸ਼ੂ ਹੈਗਾ ਕਿ ਜਦੋਂ ਕਿ ਪਾਕਿਸਤਾਨ ਆਪਣੇ ਰਿਲੇਸ਼ਨਸ ਨਹੀਂ ਚੰਗੇ, ਜਾਂ ਬਾਕੀ ਦੇ ਗੁਆਂਢੀ ਮੁਲਕਾਂ ਨਾਲ ਆਪਣੇ ਰਿਲੇਸ਼ਨ ਜਿਹੜੇ ਨਹੀਂ ਚੰਗੇ, ਬਾਰਡਰ ਦੇ ਉੱਤੇ ਵਿਦ ਚਾਈਨਾ ਦੇ ਸਾਡੀ ਇੱਕ ਕਿਸਮ ਦੀ ਇੱਕ ਟੈਨਸ਼ਨ ਚੱਲ ਰਹੀ ਹੈ, ਉਧਰ ਕੋਵਿਡ ਦਾ ਜਿਹੜਾ ਪ੍ਰਵੋਕ ਹੈ ਉਹ ਬਹੁਤ ਵੱਧ ਗਿਆ। ਤਕਰੀਬਨ 1 ਲੱਖ ਦੇ ਕਰੀਬ ਜਿਹੜੇ ਪੋਜ਼ਿਟਿਵ ਕੇਸਿਸ ਹੈ ਉਹ ਹਰ ਰੋਜ਼ ਆਣੇ ਸ਼ੁਰੂ ਹੋ ਗਏ हैं। ਔਰ ਮੇਰਾ ਖਿਆਲ ਹੈ ਕਿ ਜੇ ਮੈਂ ਠੀਕ ਹੋਵਾਂ ਤਾਂ ਇਸ ਵੇਲੇ ਦੁਨੀਆ 'ਚ 1 ਨੰਬਰ ਤੇ ਇੰਡੀਆ ਜਿਹੜਾ ਪਹੁੰਚ ਗਿਆ ਉਹਨਾਂ ਪੋਜ਼ਿਟਿਵ ਕੇਸਾਂ ਦੇ ਵਿੱਚ। ਇੰਨੀ ਗਿਣਤੀ ਕਿਸੇ ਵੀ ਇਵਨ ਅਮਰੀਕਾ ਦੇ ਵਿੱਚ ਵੀ ਪੋਜ਼ਿਟਿਵ ਕੇਸਾਂ ਦੀ ਇੰਨੀ ਜਿਹੜੀ ਕੋਵਿਡ ਪੋਜ਼ਿਟਿਵ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਨਹੀਂ ਹੋ ਰਹੀ ਜਿੰਨੀ ਕਿ ਭਾਰਤ 'ਚ ਹੋ ਰਹੀ ਹੈ। ਇਸ ਤੋਂ ਪਹਿਲਾਂ ਜਦੋਂ ਕਿ ਕੋਵਿਡ ਦੀ ਸਿਚੁਏਸ਼ਨ ਆਈ ਸੀ ਉਸ ਵੇਲੇ ਵੀ ਇੱਕ ਬਹੁਤ ਆਵਾਜ਼ ਉੱਠੀ ਸੀ, ਪਰ ਫਿਰ ਵੀ ਮੀਡੀਆ ਵੱਲੋਂ ਉਸ ਨੂੰ ਦਬਾ ਦਿੱਤਾ ਗਿਆ ਸੀ। ਉਹ ਆਵਾਜ਼ ਉੱਠੀ ਸੀ ਕਿ ਇੱਕ ਪਾਸੇ ਤਾਂ ਕੋਵਿਡ ਕਰਕੇ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ, ਲੋਕਾਂ ਕੋਲ ਖਾਣ ਲਈ ਕੋਈ ਨਹੀਂ ਹੈ, ਅਨਇੰਪਲੋਇਮੈਂਟ ਰੇਟ ਬਹੁਤ ਵੱਧ ਗਿਆ ਹੈਗਾ, GDP ਜਿਹੜੀ ਹੈ ਉਹ ਕੰਟਰੈਕਟ ਕਰ ਰਹੀ ਹੈ, ਗਰੋਥ ਦੀ ਬਜਾਏ ਕੰਟਰੈਕਟ ਕਰ ਰਹੀ ਹੈ, ਜਿਹੜੀ ਇਕਨੋਮੀ ਹੈ ਕੰਟਰੈਕਟ ਕਰ ਰਹੀ ਹੈ। ਇਹਦੇ ਬਾਵਜੂਦ ਜਿਹੜੇ ਅੱਜ ਵਰਕਰ ਪੱਖੀ ਜਿੰਨੇ ਕਾਨੂੰਨ ਸੀ ਕੇਂਦਰੀ ਸਰਕਾਰ ਵੱਲੋਂ ਇੱਕ ਕਰਕੇ ਪਹਿਲਾਂ ਆਪਣੇ ਪੱਧਰ ਤੇ ਫਿਰ ਰਾਜ ਸਰਕਾਰਾਂ ਦੇ ਪੱਧਰ ਦੇ ਉੱਤੇ ਉਹਨਾਂ ਕਾਨੂੰਨਸ ਨੂੰ ਜਿਹੜਾ ਹੈ ਵਿਡਰਾ ਕੀਤਾ ਗਿਆ ਅਗੇਂਸਟ ਦੀ ਵੈਲਫੇਅਰ ਆਫ ਦਾ ਲੇਬਰ। ਸੋ ਇਹ ਕੰਮ ਜਿਹੜਾ ਹੈਗਾ, ਇਹ ਨਹੀਂ ਕਿ ਇਸ ਦਾ ਕ੍ਰਿਟਿਸਿਜ਼ਮ ਵੀ ਹੋਇਆ, ਪਰ ਸਰਕਾਰ ਨੇ ਆਪਣੀ ਮਨ ਦੇ ਨਾਲ ਜਿਹੜਾ ਲੇਬਰ ਲਾਅ ਹੈਗਾ ਉਹਨਾਂ ਦਾ ਘਾਣ ਕੀਤਾ, ਕਿਉਂਕਿ ਉਹ ਲੇਬਰ ਦੇ ਵੈਲਫੇਅਰ ਦੇ ਪੱਖੀ ਸੀ। ਹੁਣ ਐਗਰੀਕਲਚਰ ਦੀ ਵਾਰੀ ਆ ਗਈ, ਜਿਸ ਦੇ ਵਿੱਚ ਕਿ ਹੁਣ ਜਦੋਂ ਆਪਾਂ 3 ਲਾਜ਼ ਦੀ ਗੱਲ ਕਰ ਰਹੇ ਹਾਂ, ਉਹ ਜਿਸ ਤਰ੍ਹਾਂ ਦਾ ਹੁਣ ਮੀਡੀਆ ਦੇ ਵਿੱਚ ਆਪਾਂ ਦੇਖ ਰਹੇ ਹਾਂ, ਸਿਰਫ ਜਿਹੜੀ ਭਾਰਤੀ ਕਿਸਾਨ ਸੰਘ ਜਿਹੜਾ ਕਿ BJP ਦਾ ਇੱਕ ਸੰਗਠਨ ਹੈਗਾ, ਇਸ ਤੋਂ ਇਲਾਵਾ ਭਾਰਤ ਵਿੱਚ ਕੋਈ ਵੀ ਐਸਾ ਰਾਜਨੀਤਿਕ ਜਾਂ ਸੋਸ਼ਲ ਐਸੀ ਕੋਈ ਆਰਗੇਨਾਈਜੇਸ਼ਨ ਨਹੀਂ ਹੈ ਜਿਸ ਨੇ ਕਿ ਇਹ ਜਿਹੜੇ ਆਰਡੀਨੈਂਸ ਪਹਿਲਾਂ ਲਿਆਂਦੇ ਹੁਣ ਜਿਹਨਾਂ ਨੂੰ ਐਕਟ ਦੇ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਹਨਾਂ ਦੀ ਵਿਰੋਧਤਾ ਨਾ ਕੀਤੀ ਹੋਈ। ਸਿਰਫ ਭਾਰਤੀ ਜਿਹੜੀ ਕਿਸਾਨ ਸੰਘ ਹੈ, ਜਿਹੜੇ BJP ਦਾ ਯੂਨਿਟ ਹੈ, ਉਹਨਾਂ ਨੇ ਹੀ ਇਸ ਚੀਜ਼ ਨੂੰ ਸਪੋਰਟ ਕੀਤਾ। ਬਾਕੀ ਕਿਸੇ ਵੀ ਕਲਰ ਦੀ ਜਿਹੜੀ ਕਿਸਾਨ ਯੂਨੀਅਨ ਹੈ ਉਹਨਾਂ ਨੇ ਇਸ ਮੂਵ ਦਾ ਜਿਹੜੀ ਹੈ ਸਪੋਰਟ ਉਹ ਨਹੀਂ ਕੀਤੀ। ਠੀਕ ਹੈ। ਸੋ ਉਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਹ ਜਿਹੜੇ ਨਵੇਂ ਕਾਨੂੰਨ ਲਿਆਂਦੇ ਜਾ ਰਹੇ ਹੈਗੇ ਆ ਇਹ ਕਿਸਾਨਾਂ ਦੇ ਵਿਰੋਧੀ ਹੈ ਔਰ ਵੱਡੇ ਜਿਹੜੇ ਕਾਰਪੋਰੇਟ ਘਰਾਣੇ ਹੈਗੇ ਆ ਜਾਂ ਜਿਹੜੇ ਵੱਡੇ ਪਲੇਅਰਸ ਹੈਗੇ ਆ ਇਕਨੋਮਿਕ ਫੀਲਡ ਦੇ ਵਿੱਚ ਉਹਨਾਂ ਦੇ ਪੱਖੀ ਹੈ। ਇਹ ਆਪਾਂ ਚਲੋ ਇਹਦੇ ਬਾਅਦ ਆਉਂਦੇ ਆਪਾਂ। ਹਾਂਜੀ। ਇਹ ਵੇਖੋ ਤੁਸੀਂ ਬੜੀ ਗੱਲ ਕੀਤੀ, ਲੇਬਰ ਲਾਅ ਦੀ ਕੀਤੀ ਗੱਲ, ਇਹ ਆਰਡੀਨੈਂਸ ਦੀ ਕੀਤੀ। ਵੇਖੋ ਇਹ ਜਿਸ ਤਰ੍ਹਾਂ ਮੋਦੀ ਸਾਹਿਬ ਨੇ ਕਿਹਾ ਵੀ ਅਸੀਂ ਕਿ ਲੋਕੀ ਮਿਸਗਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਨੂੰ, ਅਸੀਂ ਮਤਲਬ ਕਿਸਾਨਾਂ ਦੇ 3 ਏਕੜ ਵਾਲਾ ਵੀ ਬਾਹਰ ਜਾ ਕੇ ਵੇਚ ਸਕਦਾ। ਜਿਹੜੀ ਸਰਕਾਰ ਨੂੰ ਸਵਾਲ ਕੀਤਾ ਜਾਂਦਾ ਪਾਰਲੀਮੈਂਟ 'ਚ ਵੀ ਕਿੰਨੀ ਜਿਹੜੀ ਪ੍ਰਵਾਸੀ ਮਜ਼ਦੂਰ ਸਨ ਸੜਕਾਂ ਦੇ ਮਰੇ ਜਾਂ ਕੋਵਿਡ ਦੀ ਵਜ੍ਹਾ ਨਾਲ ਕਿੰਨੇ ਲੋਕਾਂ ਦੀ ਉਹ ਐਕਸੀਡੈਂਟ ਹੋਏ ਜਾਂ ਰੇਲ 'ਚ ਹੋਏ, ਉਹਦਾ ਡਾਟਾ ਜਿਹੜੀ ਸਰਕਾਰ ਉਹਨਾਂ ਦਾ ਡਾਟਾ ਨਹੀਂ ਦੱਸ ਸਕੀ। ਤੇ ਜੇ ਉਹ ਸਰਕਾਰ ਤੋਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਕਿ ਲੱਖਾਂ ਦੀ ਜਿਹੜੀ 70% ਪਾਪੂਲੇਸ਼ਨ ਹਿੰਦੁਸਤਾਨ ਦੀ ਜਿਹੜੀ ਹੈ ਜਾਂ 65% ਪਾਪੂਲੇਸ਼ਨ ਹੈ ਉਹ ਕਿਸਾਨੀ ਤੇ ਨਿਰਭਰ ਹੈ, ਪਰ ਕੋਈ 2 ਏਕੜ 3 ਏਕੜ 4 ਏਕੜ ਦੇ ਮਾਲਕ ਨੇ, ਉਹਨਾਂ ਦਾ ਡਾਟਾ ਕਿੱਦਾਂ ਇਹ ਸਰਕਾਰ ਰੱਖ ਸਕੇਗੀ ਕਿ ਉਹਨਾਂ ਨਾਲ ਜਸਟਿਸ ਹੋ ਰਿਹਾ, ਉਹਨੂੰ ਸਹੀ ਕੀਮਤ ਮਿਲ ਰਹੀ ਹੈ ਜਾਂ ਨਹੀਂ ਮਿਲ ਰਹੀ ਹੈ। ਇਹਦੇ ਵਿੱਚ ਤੁਸੀਂ ਦੱਸੋ ਕੁਛ। ਨਾਲ ਇਹਦੇ ਨਾਲ ਮੈਂ ਹੋਰ ਜਿਹਾ ਸਵਾਲ ਜੋੜ ਦੇਣਾ, ਚਲੋ ਵੀ ਜਿਸ ਤਰ੍ਹਾਂ ਹੁਣ ਇੱਕ ਆਰਡੀਨੈਂਸ ਹੈ ਇਹ ਆਇਆ ਜਿਹੜਾ ਇਸ ਦੀ ਜਿਹੜੀ ਪੋਜੀਸ਼ਨ ਸੀ ਪਹਿਲਾਂ ਵੀ ਜਿਹੜੇ MSP ਹੈ ਇਹਦੀ ਕੀ ਪੋਜੀਸ਼ਨ ਸੀ ਪਹਿਲਾਂ ਤੇ ਵਰਤਮਾਨ 'ਚ ਇਹਦੀ ਪੋਜੀਸ਼ਨ ਕੀ ਹੈ, ਤੇ 1955 ਦਾ ਕਮਿਊਨਿਟੀ ਐਕਟ ਜਿਹੜਾ ਸੀ ਉਹਦੇ ਸੰਦਰਭ 'ਚ ਥੋੜ੍ਹਾ ਜਿਹਾ ਇਹਨੂੰ ਹੋਰ ਕਲੈਰਿਟੀ ਦਿਓ ਤਾਂ ਵਧੀਆ। ਦੇਖੋ ਸ਼ਰਮਾ ਜੀ, ਬੇਸਿਕਲੀ ਜਿਹੜਾ ਭਾਰਤ ਹੈਗਾ ਉਹ ਇੱਕ ਵੈਲਫੇਅਰ ਸਟੇਟ ਹੈ। ਠੀਕ ਹੈ।
ਉਹਦੇ ਤਹਿਤ ਕੇਂਦਰੀ ਸਰਕਾਰ ਵੱਲੋਂ ਇੱਕ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਚਲਾਇਆ ਜਾਂਦਾ ਹੈ, ਜਿਹਨੂੰ ਆਪਾਂ ਡਿਪੂਆਂ ਦਾ ਸਿਸਟਮ ਕਹਿੰਦੇ ਆ, ਜਿਹਦੇ ਦੁਆਰਾ ਜਿਹੜਾ ਸਰਕਾਰ ਦੀ ਇਹ ਮਨਸ਼ਾ ਹੈਗੀ ਸੀ ਕਿ ਹਰ ਘਰ 'ਚ ਅਸੀਂ ਰਾਸ਼ਨਿੰਗ ਕਰੀਏ। ਹੈ ਤਾਂ ਵੈਸੇ 1945 ਦੀ ਜਿਹੜੀ ਸੈਕੰਡ ਵਰਲਡ ਵਾਰ ਹੋਈ ਸੀ, ਇਹ ਉਹਦੀ ਇੱਕ ਪ੍ਰੋਡਕਟ ਹੈਗੀ ਸੀ, ਉਹ ਸ਼ਾਰਟੇਜ ਸੀ, ਕਿਉਂਕਿ ਸ਼ਾਰਟੇਜ ਸੀ। ਉਸ ਚੀਜ਼ ਨੂੰ ਦੇਖਦੇ ਹੋਏ ਸਰਕਾਰ ਨੇ ਇੱਕ ਸਿਸਟਮ ਬਣਾਇਆ ਸੀ ਕਿ ਅਸੀਂ ਘਰ ਘਰ ਦੇ ਵਿੱਚ ਜਿਹੜਾ ਰੋਟੀ ਪਾਣੀ ਹੈ, ਦਾਲ ਰੋਟੀ ਹੈ, ਜਾਂ ਜਿਹੜੀਆਂ ਹੋਰ ਐਸੈਂਸ਼ੀਅਲ ਆਈਟਮਸ ਹੈਗੀਆਂ, ਉਹਨਾਂ ਨੂੰ ਕਿਸ ਤਰ੍ਹਾਂ ਪਹੁੰਚਾਇਆ ਜਾ ਸਕਦਾ ਹੈ, ਉਸ ਦੇ ਸੰਬੰਧ ਵਿੱਚ ਇੱਕ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਬਣਾਇਆ ਸੀ, ਰੈਸ਼ਨਲਾਈਜ਼ ਕੀਤਾ ਸੀ। ਬਾਅਦ ਦੇ ਵਿੱਚ ਸਰਕਾਰਾਂ ਨੇ ਪਹਿਲਾਂ ਉਸ ਨੂੰ ਯੂਨੀਵਰਸਲ ਰੱਖਿਆ। ਯੂਨੀਵਰਸਲ ਤੋਂ ਮਤਲਬ ਹੈ ਵੀ ਹਰ ਬੰਦੇ ਨੂੰ ਅਸੀਂ ਦਿਆਂਗੇ। ਫਿਰ ਉਹਨਾਂ ਨੇ ਟਾਰਗੇਟਡ ਕਰ ਦਿੱਤਾ ਵੀ ਅਸੀਂ ਕੋਈ ਜਿਹੜੇ ਇਨਕਮ ਨੂੰ ਬੇਸ ਬਣਾ ਕੇ, ਜਾਂ ਤੁਹਾਡਾ ਇਕਨੋਮਿਕ ਸਟੇਟਸ ਕੀ ਹੈ ਸੋਸਾਇਟੀ ਦੇ ਵਿੱਚ, ਉਹਨੂੰ ਬੇਸ ਬਣਾ ਕੇ ਜਿਹੜਾ ਹੈਗਾ ਪੀਡੀਐਸ ਸਿਸਟਮ ਦੇ ਵਿੱਚ ਜਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ। ਠੀਕ ਹੈ। ਹੁਣ ਕੁਐਸਚਨ ਹੈ ਕਿ ਇਹ ਜਿਹੜਾ ਸਿਸਟਮ ਨੂੰ ਚਾਲੂ ਕਰਨ ਦੇ ਲਈ, ਇਸ ਨੂੰ ਇੱਕ ਐਫੀਸ਼ੀਐਂਟਲੀ ਇੱਕ ਡਿਲੀਵਰੀ ਸਿਸਟਮ ਇਨਸ਼ੋਰ ਕਰਨ ਲਈ ਸਰਕਾਰ ਨੇ ਇੱਕ ਮਿਨੀਮਮ ਸਪੋਰਟ ਪ੍ਰਾਈਸ ਦਾ ਨਿਜ਼ਾਮ ਤਿਆਰ ਕੀਤਾ। ਬਿਲਕੁਲ ਠੀਕ। ਜਿਹਨੂੰ ਕਹਿੰਦੇ ਘੱਟੋ ਘੱਟ ਸਮਰਥਨ ਮੁੱਲ। MSP ਇਜ਼ ਮਿਨੀਮਮ ਸਪੋਰਟ ਪ੍ਰਾਈਸ, ਘੱਟੋ ਘੱਟ ਸਮਰਥਨ ਮੁੱਲ। ਹੁਣ ਇਹ ਸਮਰਥਨ ਮੁੱਲ ਕੀ ਹੈ? ਦੇਖੋ, ਆਮ ਤੌਰ ਤੇ ਇਹ ਪਰਸੈਪਸ਼ਨ ਹੈਗੀ ਹੈ ਕਿ ਜਦੋਂ ਬੰਦਾ ਮਾਰਕੀਟ 'ਚ ਜਾਂਦਾ ਹੈ ਤਾਂ ਜਿਹੜੀਆਂ ਮਾਰਕੀਟ ਫੋਰਸਿਸ ਹੈਗੀਆਂ, ਉਹ ਆਪਣੇ ਹਿਸਾਬ ਨਾਲ ਜਿਹੜੀ ਪ੍ਰੋਡਕਟ ਹੈ ਉਹਦਾ ਮੁੱਲ ਤੈਅ ਕਰਦੀਆਂ। ਸਰਕਾਰ ਦੇ ਕੋਲ ਇਹ ਪਰਸੈਪਸ਼ਨ ਸੀ ਕਿ ਜੇ ਅਸੀਂ ਜਿਹੜੀਆਂ ਮਾਰਕੀਟ ਫੋਰਸਿਸ ਹੈ ਉਹਨਾਂ ਨੂੰ ਇੰਨੀ ਕੁ ਆਜ਼ਾਦੀ ਦੇ ਦਿੰਦੇ ਆ ਕਿ ਉਹ ਆਪਣੇ ਹਿਸਾਬ ਨਾਲ ਮੁੱਲ ਤੈਅ ਕਰਨ, ਤਾਂ ਇਹਦੇ ਨਾਲ ਇਸ ਚੀਜ਼ ਦੀ ਬੜੀ ਸੰਭਾਵਨਾ ਹੈਗੀ ਹੈ ਕਿ ਜਿਹੜਾ ਕਿਸਾਨ ਹੈ ਉਹ ਲੁੱਟ ਖਸੁੱਟ ਦਾ ਵਿਕਟਮ ਬਣੇ। ਪ੍ਰੈਕਟੀਕਲ ਵੇਖਣ 'ਚ ਵੀ ਆਉਂਦਾ ਆਇਆ, ਕਿਉਂਕਿ ਕਿਸੇ ਚੀਜ਼ ਦਾ ਉਸ ਦੇ ਉੱਤੇ ਕੰਟਰੋਲ ਨਹੀਂ ਹੈ। ਇਸ ਚੀਜ਼ ਨੂੰ ਇਨਸ਼ੋਰ ਕਰਨ ਲਈ ਸਰਕਾਰ ਨੇ ਇਹ ਨਿਜ਼ਾਮ ਪੈਦਾ ਕੀਤਾ ਕਿ ਹਰ ਸਟੇਟ ਜਿੱਥੇ ਕਿਤੇ ਵੀ MSP ਲਾਗੂ ਕੀਤੀ ਜਾਏਗੀ, ਜਿਹੜੀ ਵੀ ਐਸੈਂਸ਼ੀਅਲ ਕਮੋਡਿਟੀ ਦੇ, ਜਿੱਦਾਂ ਹੁਣ ਪੰਜਾਬ ਦੇ ਵਿੱਚ ਕਣਕ ਦੇ ਉੱਤੇ ਵੀ ਹੈ, ਤੁਹਾਡੀ ਝੋਨੇ ਤੇ ਵੀ ਹੈ, ਪੈਡੀ ਤੇ ਵੀ ਹੈ। ਠੀਕ ਹੈ। ਸੋ ਜਿਹੜੀ ਵੀ ਆਈਟਮ ਨੂੰ ਗਵਰਨਮੈਂਟ ਆਇਡੈਂਟੀਫਾਈ ਕਰ ਲੈਂਦੀ ਹੈ ਕਿ ਅਸੀਂ ਇਸ ਦੇ ਉੱਤੇ MSP ਦੇਣੀ ਹੈ, ਉਹਦੇ ਉੱਤੇ ਇਹ ਨਾਲ ਇਹ ਵੀ ਤੈਅ ਕਰ ਦਿੰਦੀ ਸੀ ਕਿ ਅਸੀਂ ਇਹ ਮੁੱਲ ਘੱਟੋ ਘੱਟ ਸਮਰਥਨ ਮੁੱਲ ਹੈ, ਇਸ ਤੋਂ ਘੱਟ ਅਸੀਂ ਜਿਹੜਾ ਮੁੱਲ ਦੇ ਉੱਤੇ ਇਸ ਮੰਡੀ ਦੇ ਵਿੱਚ ਕੋਈ ਵੀ ਆਈਟਮ ਵਿਕਣ ਨਹੀਂ ਦੇਣੀ, ਤਾਂ ਕਿ ਜਿਹੜਾ ਜ਼ਿਮੀਂਦਾਰ ਹੈਗਾ ਉਹਦੀ ਲੁੱਟ ਖਸੁੱਟ ਨਾ ਹੋਏ। ਉਸ ਸੰਬੰਧ ਦੇ ਵਿੱਚ ਇਹਨਾਂ ਨੇ ਇੱਕ ਮੰਡੀ ਸਿਸਟਮ ਬਣਾਇਆ। ਐਗਰੀਕਲਚਰ ਦੀਆਂ ਜਿਹੜੀਆਂ ਕਮੇਟੀਜ਼ ਹੈਗੀਆਂ, ਜਿਹਨੂੰ ਆਪਾਂ ਮਾਰਕੀਟ ਕਮੇਟੀਜ਼ ਕਹਿੰਦੇ ਆ, ਉਹਨਾਂ ਦਾ ਸਿਸਟਮ ਐਸਟੈਬਲਿਸ਼ ਕੀਤਾ ਗਿਆ। ਵੱਡੀਆਂ ਮੰਡੀਆਂ ਤਿਆਰ ਕੀਤੀਆਂ ਗਈਆਂ। ਜਿਹੜਾ ਉੱਥੇ ਕਿਸਾਨ ਆਂਦਾ ਸੀ ਉਹਦੀ ਸੁਵਿਧਾ ਦੇ ਲਈ ਕਿ ਵੀ ਉਸ ਨੂੰ ਜ਼ਿਆਦਾ ਨਾ ਬੈਠਣਾ ਪਏ, ਜੇ ਉਸ ਨੂੰ ਰਾਤ ਕਿਤੇ ਟਿਕਣਾ ਪੈ ਜਾਂਦਾ ਤਾਂ ਉਹਦੇ ਖਾਣ ਪੀਣ ਦਾ, ਉਹਦੀ ਸੁਰੱਖਿਆ ਦਾ, ਉਹਦੇ ਪ੍ਰੋਡਿਊਸ ਦੀ ਸੁਰੱਖਿਆ ਦਾ ਸਭ ਧਿਆਨ ਰੱਖਿਆ ਜਾਂਦਾ। ਬੜੇ ਵੱਡੇ ਜਦੋਂ MS ਰੰਧਾਵਾ ਸਨ, ਉਹਨਾਂ ਨੇ ਸਿਸਟਮ ਸਾਰਾ ਲਾਗੂ ਕਰਵਾਇਆ। ਪ੍ਰਤਾਪ ਸਿੰਘ ਉਹਦੇ ਨਾਲ ਇਹ ਵੀ ਹੈਗਾ ਸੀ ਕਿ ਇਹ ਵੀ ਨਹੀਂ ਸੀ ਕਿ ਜਿੱਥੇ ਕਿਤੇ ਲੱਗਦਾ ਸੀ ਕਿ ਕਿਸੇ ਗੱਲ ਤੇ ਉੱਤੇ ਡਿਸਪਿਊਟ ਹੁੰਦਾ ਸੀ ਤਾਂ ਉਹਦੇ ਵਿੱਚ FCI, ਮਾਰਕੀਟ ਕਮੇਟੀ, ਐਗਰੀਕਲਚਰ ਡਿਪਾਰਟਮੈਂਟ, SDM ਦਾ ਦਫ਼ਤਰ, ਫੂਡ ਐਂਡ ਸਪਲਾਈ ਡਿਪਾਰਟਮੈਂਟ ਸਾਰੇ ਰਲ ਕੇ ਉਸ ਦਾ ਰੈਜ਼ੋਲੂਸ਼ਨ ਕਰਦੇ ਸੀ, ਤਾਂ ਕਿ ਜਿਹੜਾ ਜ਼ਿਮੀਂਦਾਰ ਹੈਗਾ ਉਹਦਾ ਕਿਸੇ ਵੀ ਪੱਖੋਂ ਨੁਕਸਾਨ ਨਾ ਹੋਏ। ਜਿਹੜੀ ਪ੍ਰੋਡਿਊਸ ਖਰੀਦ ਲਈ ਜਾਂਦੀ ਸੀ ਉਸ ਨੂੰ ਉਹਨਾਂ ਨੇੜੇ ਜਿਹੜੇ ਸਟੋਰੇਜ ਸੈਂਟਰ ਸੀ ਉਹਦੇ ਸਟੋਰ ਕੀਤਾ ਜਾਂਦਾ ਸੀ। ਔਰ ਜਿਹੜੇ ਡਿਸਟ੍ਰਿਕਟ ਦੇ ਵਿੱਚ ਕਣਕ ਦੀ ਲੋੜ ਹੁੰਦੀ ਸੀ, ਉਹਦੀਆਂ ਸਪੈਸ਼ਲਾਂ ਸੈਂਟਰਲ ਗਵਰਨਮੈਂਟ ਦੀ ਕਮਾਂਡ ਥੱਲੇ ਉਹ ਸਪੈਸ਼ਲਾਂ ਭੇਜ ਦਿੱਤੀਆਂ ਜਾਂਦੀਆਂ ਸੀ, ਤਾਂ ਕਿ ਉੱਥੋਂ ਦਾ ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਹੈ ਉਹਦੇ ਦੁਆਰਾ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਹੈ ਉਹ ਆਮ ਜਨਤਾ ਤੱਕ ਪਹੁੰਚਾਈਆਂ ਜਾ ਸਕਣ। ਬਿਲਕੁਲ ਠੀਕ ਹੈ। ਜਦੋਂ ਇਸੇ ਤਰੀਕੇ ਨਾਲ ਜਦੋਂ ਝੋਨੇ ਦੀ ਖਰੀਦ ਹੁੰਦੀ ਸੀ, ਕਿਉਂਕਿ ਝੋਨਾ ਜਿਹੜਾ ਹੈਗਾ ਬਹੁਤੀ ਪੰਜਾਬ ਦੇ ਵਿੱਚ ਤੇ ਜਿਹੜੇ ਲੋਕ ਹੈਗੇ ਆ ਚੌਲ ਨਹੀਂ ਖਾਂਦੇ, ਇਸ ਕਰਕੇ ਜਿਹੜੀਆਂ ਬਾਕੀ ਦੀਆਂ ਸਟੇਟ ਹੈਗੀਆਂ ਸੀ, ਜਿੱਦਾਂ ਸਾਊਥ ਦੀਆਂ ਸਟੇਟਾਂ ਹੈਗੀਆਂ, ਇਹ ਸਾਰਾ ਚੌਲ ਜਿਹੜਾ ਹੈਗਾ ਇਸ ਨੂੰ ਰਾਈਸ ਮਿੱਲਾਂ ਵੱਲੋਂ ਤਿਆਰ ਕਰਕੇ ਬਾਕੀ ਦੇ ਰਾਜਾਂ ਨੂੰ ਜਿਹੜਾ ਹੈਗਾ ਸੈਂਟਰਲ ਗਵਰਨਮੈਂਟ ਦੀ ਜਾਂ FCI ਦੀ, ਜਿਹੜੀ ਕਿ ਇਹਦੀ ਸੈਂਟਰਲ ਗਵਰਨਮੈਂਟ ਦੀ ਇੱਕ ਪ੍ਰੋਕਿਉਰਮੈਂਟ ਏਜੰਸੀ ਹੈ, ਉਹਦੀ ਹੈਲਪ ਦੇ ਨਾਲ ਰੇਲਸ ਦੁਆਰਾ ਭੇਜਿਆ ਜਾਂਦਾ ਸੀ। ਇਹ ਇੱਕ ਪ੍ਰੋਪਰ ਸਿਸਟਮ ਹੈਗਾ ਸੀ ਜਿਹੜਾ ਕਿ ਅੱਜ ਤੱਕ ਇਹਨਾਂ ਆਡੀਅנס ਆਉਣ ਤੋਂ ਪਹਿਲਾਂ ਚੱਲ ਰਿਹਾ ਸੀ, ਜਿਹਦੇ ਵਿੱਚ ਕਿਸਾਨੀ ਟੋਟਲ ਜਿਹੜੀ ਹੈ MSP ਤੇ ਡਿਪੈਂਡੈਂਟ ਸੀ। ਕਿਉਂਕਿ ਜਦੋਂ ਵੀ ਕਿਤੇ ਗੱਲ ਹੁੰਦੀ ਸੀ ਕਿ ਸਾਨੂੰ ਇਸ ਕਣਕ ਤੇ ਝੋਨੇ ਦਾ ਇੱਕ ਤੋੜ ਚਾਹੀਦਾ, ਇਹ ਜਿਹੜਾ ਸਾਈਕਲ ਦਾ ਤੋੜ ਚਾਹੀਦਾ, ਤਾਂ ਇੱਕੋ ਸਵਾਲ ਕੀਤਾ ਜਾਂਦਾ ਸੀ ਕਿ ਜੇ ਅਸੀਂ ਤੋੜ ਚਾਹੁੰਦੇ ਹਾਂ
ਤਾਂ ਸਾਨੂੰ ਇਸ ਦਾ ਕੋਈ ਸਬਸਟੀਟਿਊਟ ਦੇਣਾ ਚਾਹੀਦਾ ਜਿਹਦੇ ਉੱਤੇ MSP ਹੋਏ, ਤਾਂ ਕਿ ਜਿਹੜਾ ਜ਼ਿਮੀਂਦਾਰ ਹੈਗਾ ਉਹ ਇੱਕ ਸਿਸਟਮ ਤੋਂ ਹਟ ਕੇ ਦੂਜੇ ਸਿਸਟਮ 'ਚ ਕੰਫਰਟੇਬਲੀ ਚਲਾ ਜਾਏ। ਪਰੰਤੂ ਜਿਹੜਾ ਹੁਣ ਆਪਾਂ ਗੱਲ ਕਰ ਰਹੇ ਹਾਂ, ਇਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ। ਜਿਹੜਾ ਜ਼ਿਮੀਂਦਾਰ ਹੈਗਾ ਉਹਨੂੰ ਓਪਨ ਮੰਡੀ ਵਿੱਚ ਛੱਡ ਦਿੱਤਾ ਗਿਆ। ਉਹਦੇ ਕੋਲ MSP ਨਾ ਹੋਣ ਕਰਕੇ ਉਹਦੇ ਕੋਲ ਕੋਈ ਆਪਸ਼ਨ ਨਹੀਂ ਹੈਗਾ ਕਿ ਵੀ ਉਹ ਸਿਰਫ ਜਿਹੜਾ ਮੰਡੀ ਦੀ ਲੁੱਟ ਖਸੁੱਟ ਦਾ ਇੱਕ ਵਿਕਟਮ ਬਣੇਗਾ, ਉਹਦਾ ਸ਼ਿਕਾਰ ਹੋਏਗਾ। ਤੁਹਾਡੀ ਗੱਲ ਕਰਦਾ ਵੀ MSP ਜਿਸ ਤਰ੍ਹਾਂ ਕਣਕ ਝੋਨੇ ਤੇ ਕਰਤੀ ਇਹਨਾਂ ਨੇ, ਹੋਰਨਾਂ ਫਸਲਾਂ ਦੇ ਵੀ ਕੀਤੀ ਸਰਕਾਰ ਨੇ, ਜਿੱਦਾਂ ਮੱਕੀ ਦਾ ਆ ਜਾਂ ਦਾਲਾਂ ਦਾ ਆ। ਲੇਕਿਨ ਜਦੋਂ ਆਪਾਂ ਪ੍ਰੈਕਟੀਕਲੀ ਮੰਡੀਆਂ ਜਾਂਦੇ ਹਾਂ, ਕਿਉਂਕਿ ਝੋਨਾ ਕਣਕ ਤੇ ਗਵਰਨਮੈਂਟ ਨੇ ਜਾਂ ਉਹਨਾਂ ਏਜੰਸੀਆਂ ਚੁੱਕ ਲੈਂਦੀਆਂ ਨੇ ਮਾਰਕੀਟ ਦੇ ਵਿੱਚ, ਲੇਕਿਨ ਮੱਕੀ ਉਹ ਫ੍ਰੀ ਛੱਡੀ ਹੈ ਕਿਸਮ ਦੀ, MSP ਜੋ ਯੂ ਫਿਕਸ ਕੀਤੀ ਹੈ ਵੀ ਇਸ ਤੋਂ ਘੱਟ ਨਹੀਂ ਵਿਕੇਗੀ। ਲੇਕਿਨ ਅਸਲ ਰੂਪ ਜੇ ਕੋਈ ਵਪਾਰੀ ਖਰੀਦ ਰਹੇ ਨਾ, ਉਹ ਵੀ ਗਵਰਨਮੈਂਟ ਘੱਟ ਖਰੀਦ ਰਹੀ ਹੈ, ਲੇਕਿਨ ਉਹ ਵਪਾਰੀ ਖਰੀਦ ਰਹੇ, ਟ੍ਰੇਡਰ ਵੱਡੇ ਵੱਡੇ ਟ੍ਰੇਡਰ ਖਰੀਦ ਰਹੇ, ਜਾਂ ਸਟਾਰਚ ਬਣਾਉਂਦੇ ਜਾਂ ਕਈ ਕੁਝ ਚੀਜ਼ਾਂ ਬਣਾਉਂਦੇ ਆ। ਉਹਦੀ ਜਦ ਕਿ ਐਕਚੁਅਲੀ ਉਹ 700-800 ਰੁਪਏ ਕੁਇੰਟਲ ਵਿਕ ਰਹੀ ਹੈ। ਇਹਦਾ ਮਤਲਬ ਵੀ ਇਹ ਅਸੀਂ ਜਿਹੜੇ ਆ ਵਪਾਰੀਆਂ ਤੇ ਕ੍ਰੈਡੀਬਿਲਿਟੀ ਨਹੀਂ ਹੈਗੀ, ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। ਕਿਉਂਕਿ ਜਿੰਨਾ ਜਿਹੜਾ ਜਿਸ ਤਰ੍ਹਾਂ ਹੁਣ ਗਵਰਨਮੈਂਟ ਨੇ, ਮੈਂ ਨੈਕਸਟ ਸਵਾਲ 'ਤੇ ਆਉਣਾ, ਕੁਐਸਚਨ 'ਤੇ ਆਉਣਾ ਵੀ ਜਿਸ ਤਰ੍ਹਾਂ ਹੁਣ ਵਰਤਮਾਨ ਪ੍ਰੋਕਿਉਰਮੈਂਟ ਏਜੰਸੀ ਹੈ, ਪਾਲਿਸੀ ਹੈ, ਹਾਂਜੀ, ਇਹਦੇ ਵਿੱਚ ਇਲਜ਼ਾਮ ਲਾਉਂਦਾ ਜੀ ਮਿਡਲ ਕਲਾਸ ਜਿਹੜੇ ਨੇ, ਮਿਡਲਮੈਨ ਨੇ ਨਾ, ਉਹ ਕਿਸਾਨਾਂ ਦਾ ਸ਼ੋਸ਼ਣ ਕਰਦੇ ਆ। ਹਾਂਜੀ, ਜਿਸ ਤਰ੍ਹਾਂ ਆੜਤੀ ਨੇ, ਮਿਡਲਮੈਨ ਆੜਤੀ ਹੋਏ ਨਾ, ਆੜਤੀ ਦੇ ਕਮਿਸ਼ਨ ਲੈਂਦੇ ਨੇ, ਲੇਕਿਨ ਮਿਡਲਮੈਨ ਕਮਿਸ਼ਨ ਏਜੰਟ ਹੁੰਦੇ ਜੇ। ਲੇਕਿਨ ਇੱਕ ਚੀਜ਼ ਇੱਥੇ ਇਹਦੇ ਦੱਸੋ, ਡਿਟੇਲ ਦੱਸੋ ਵੀ ਇਹਦੇ ਵਿੱਚ ਕਿਸ ਤਰ੍ਹਾਂ ਵਰਤਮਾਨ ਮਿਡਲਮੈਨ ਕਿਸਾਨਾਂ ਦਾ ਸ਼ੋਸ਼ਣ ਕਰਦੇ ਆ, ਜਦ ਕਿ ਕਿਸਾਨ ਜਦੋਂ ਆਪਣੀ ਫਸਲ ਜਿੱਦਾਂ ਜਾਂਦਾ ਜੀ, ਇੱਕ ਮਾਰਕੀਟ ਇੱਕ ਦੇਸ਼ ਦੀ ਇੱਕ ਮਾਰਕੀਟ ਬਣਾਤੀ ਅਸੀਂ ਜਿੱਥੇ ਮਰਜ਼ੀ ਲਿਜਾ ਸਕਦਾ, ਉੱਥੇ ਕਿਸਾਨਾਂ ਦਾ 3 ਕਿੱਲੇ ਵਾਲਾ ਜਾਂ 4 ਕਿੱਲਿਆਂ ਵਾਲਾ ਜਾਂ ਏਕੜ ਵਾਲਾ ਜ਼ਿਮੀਂਦਾਰ ਆ, ਫਸਲ ਲੈ ਕੇ ਨਹੀਂ ਜਾਏਗਾ। ਅੱਛਾ, ਲੈ ਕੇ ਜਾਏਗਾ ਤੇ ਉਹੀ ਲੋਕ, ਵਪਾਰੀ ਲੋਕ ਖਰੀਦਣਗੇ। ਜਿਸ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਜਿੱਥੇ ਸ਼ਾਰਟੇਜ ਹੁੰਦੀ ਸੀ ਤੇ ਉਹ ਕਿਸਾਨਾਂ ਦੇ ਸਰਟੀਫਿਕੇਟ ਲੈ ਕੇ ਤੇ ਦੂਜੇ ਸਟੇਟ 'ਚ ਲੈ ਜਾਂਦੇ ਹੁੰਦੇ ਸੀ ਵੀ ਕਿਸਾਨ ਦੀ ਪ੍ਰੋਡਕਟ ਹੈਗਾ, ਕਿਉਂਕਿ ਉੱਥੇ ਰੇਟ ਘੱਟ ਮਿਲਦਾ ਸੀ। ਯੂਪੀ 'ਚ ਖਾਸ ਕਰਕੇ, ਯੂਪੀ 'ਚੋਂ ਕਣਕ ਆਉਣੀ, ਝੋਨਾ ਆਉਣਾ ਜਾਂ ਚੌਲ ਆਉਣੇ, ਉਹ ਪੰਜਾਬ 'ਚ ਆਉਣੇ, ਤੇ ਉਹਦਾ ਉੱਥੋਂ ਸਸਤੀ, ਵਪਾਰੀ ਨੇ ਸਸਤੀ ਖਰੀਦਣੀ, 1000 700 800 ਰੁਪਏ ਕੁਇੰਟਲ ਸਸਤੀ ਖਰੀਦ ਕੇ ਕਿਸਾਨਾਂ ਦਾ ਲੇਵਲ ਲਾ ਕੇ ਤੇ ਉਹਨੇ ਸਟੇਟ 'ਚ ਲਿਆਉਣੀ। ਤੇ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਇਹ ਜਿਹੜੀ ਆ MSP ਹਟਾ ਕੇ ਜਾਂ MSP ਨੂੰ ਡਿਮੋਲਿਸ਼ ਕਰਕੇ, ਜੇ ਆਪਾਂ ਕਿ ਲੋਕਾਂ ਨੂੰ ਇੱਕ ਸ਼ੋਸ਼ਣਾ ਦੇ ਰਹੇ ਜੀ, ਮਿਡਲ ਕਲਾਸ ਐਕਸਪੈਕਟ ਕਰ ਰਹੀ ਹੈ, ਮਿਡਲਮੈਨ ਜਿਹੜਾ ਹੈ ਉਹ ਖਰਾਬ ਕਰੇ, ਉਹਨਾਂ ਨੂੰ ਕਿਸਾਨਾਂ ਨੂੰ ਡਾਇਰੈਕਟ ਫਾਇਦਾ ਹੋਏਗਾ। ਇਹ ਪਾਲਿਸੀ, ਪ੍ਰੋਕਿਉਰਮੈਂਟ ਪਾਲਿਸੀ ਵਾਕਈ ਹੀ ਗਲਤ ਸੀ ਵਰਤਮਾਨ ਪਾਲਿਸੀ, ਜਾਂ ਇਹਦਾ ਕੀ ਇਫੈਕਟ ਪਏਗਾ? ਦੇਖੋ, ਇਸ ਤਰ੍ਹਾਂ ਸ਼ਰਮਾ ਜੀ ਕਿ ਕੋਈ ਵੀ ਜਿਹੜਾ ਸਿਸਟਮ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਨੁਕਸ ਹੁੰਦੇ ਆ, ਜਿਹੜੇ ਕਿ ਟਾਈਮ ਦੇ ਨਾਲ ਸਰਕਾਰਾਂ ਜਿਹੜੀਆਂ ਹੈਗੀਆਂ ਲੋਕਾਂ ਦੀ ਮਦਦ ਦੇ ਨਾਲ ਉਹ ਕਰੈਕਟ ਕਰ ਲੈਂਦੀਆਂ। ਸੋ ਮੈਂ ਨਹੀਂ ਕਹਿੰਦਾ ਕਿ ਜਿਹੜਾ ਪ੍ਰੋਕਿਉਰਮੈਂਟ ਸਿਸਟਮ ਹੈ ਇਹਦੇ ਵਿੱਚ ਨੁਕਸ ਨਹੀਂ ਸੀ, ਇਹਨਾਂ ਵਿੱਚ ਚੇਂਜਸ ਕਰਨ ਦੀ ਲੋੜ ਨਹੀਂ ਸੀ। ਮੈਂ ਅੱਜ ਵੀ ਫੀਲ ਕਰਦਾ। ਹੁਣ ਜਿੱਦਾਂ ਫੋਰ ਐਗਜ਼ਾਮਪਲ ਤੁਸੀਂ ਮਿਡਲਮੈਨ ਦੀ ਗੱਲ ਕੀਤੀ, ਆੜਤੀ ਦੀ, ਹੁਣ ਦੇਖੋ ਸ਼ਰਮਾ ਜੀ, ਅਸੀਂ ਮੰਡੀ ਦੇ ਵਿੱਚੋਂ 8.5% ਜਿਹੜਾ ਹੈਗਾ, ਜੋ ਵੀ ਪ੍ਰੋਕਿਉਰਮੈਂਟ ਦਾ ਰੇਟ ਹੈ, ਜਿੱਦਾਂ ਹੁਣ 1000 ਰੁਪਏ ਦੀ ਕੁਇੰਟਲ ਕੋਈ ਚੀਜ਼ ਹੈ, ਉਹਦੇ ਤੇ ਅਸੀਂ 8.5% ਟੈਕਸ ਜਿਹੜੇ ਆ ਮੰਡੀ 'ਚ ਲੈ ਲੈਂਦੇ ਹਾਂ, ਜਿਹਦੇ ਵਿੱਚ 3.5% ਜਿਹੜਾ ਹੈ ਮਾਰਕੀਟ ਫੀਸ ਹੈ, 2.5% ਜਿਹੜਾ ਹੈਗਾ ਅਸੀਂ ਆੜਤ ਦਿੰਦੇ ਹਾਂ, ਠੀਕ ਹੈ ਜੀ, ਔਰ ਜਿਹੜਾ 2.5% ਜਿਹੜਾ ਹੈਗਾ, 3% ਜਿਹੜਾ ਹੈਗਾ ਉਹ ਸਾਡੀ ਰੂਰਲ ਡਿਵੈਲਪਮੈਂਟ ਫੀਸ ਹੈ। ਸੋ ਟੋਟਲ ਜਿਹੜਾ 8.5%, ਜੇ ਤੁਸੀਂ ਆਮ ਜਿਹੜੀ ਅੱਜ ਕੱਲ੍ਹ ਰੇਟ ਚੱਲ ਰਿਹਾ ਤਾਂ ਉਹਦੇ ਮੁਤਾਬਕ 164 ਰੁਪਏ ਪਰ ਕੁਇੰਟਲ ਦੇ ਹਿਸਾਬ ਨਾਲ ਅਸੀਂ ਜਿਹੜਾ ਟੈਕਸ ਜਿਹੜਾ ਹੈਗਾ ਜ਼ਿਮੀਂਦਾਰ ਦਿੰਦਾ ਜਦੋਂ ਕਿ ਉਹ ਮਾਰਕੀਟ ਦੇ ਵਿੱਚ ਚੀਜ਼ ਲੈ ਕੇ ਆਉਂਦਾ। ਹੁਣ ਇਸ਼ੂ ਕੀ ਹੈ, ਇਹ ਗੱਲ ਬੜੇ ਚਿਰਾਂ ਤੋਂ ਚੱਲੀ ਆ ਰਹੀ ਹੈ ਕਿ ਜਦੋਂ ਵੀ ਕੋਈ ਪ੍ਰੋਕਿਉਰਮੈਂਟ ਦੇ ਵਿੱਚ ਜਿਹੜੀ ਉਹਦੀ ਪ੍ਰਾਈਸ ਹੈ ਉਹਦੇ ਵਿੱਚ ਤਬਦੀਲੀ ਆਉਂਦੀ ਹੈ, ਉਹਦੇ ਵਿੱਚ ਕੋਈ ਵਾਧਾ ਕੀਤਾ ਜਾਂਦਾ, ਕਿਉਂਕਿ ਜਿਹੜਾ ਆੜ੍ਹਤੀ ਹੈਗਾ ਉਹ ਲਿੰਕ ਕੀਤੀ ਹੋਈ ਹੈ with the procurement price of that produce, ਉਹਦੇ ਨਾਲ ਆਟੋਮੈਟਿਕਲੀ ਜਿਹੜਾ 2.5% ਹੋਣ ਕਰਕੇ ਉਹਦੇ ਦਾ ਜਿਹੜਾ ਬੈਨੀਫਿਟ ਹੈ ਉਹ ਆੜ੍ਹਤੀਏ ਨੂੰ ਵੀ ਚਲਾ ਜਾਂਦਾ। ਆਮ ਤੌਰ ਤੇ ਡਿਮਾਂਡ ਕੀਤੀ ਜਾ ਰਹੀ ਸੀ ਕਿ ਜਿਹੜਾ ਪ੍ਰੋਕਿਉਰਮੈਂਟ ਦੀ ਪ੍ਰਾਈਸ ਦੇ ਵਿੱਚ ਜਿਹੜੀ ਵੀ ਰਾਈਸ ਹੁੰਦਾ ਉਸ ਨੂੰ ਜਿਹੜਾ ਹੈ ਡੀਲਿੰਕ ਕੀਤਾ ਜਾਏ, ਠੀਕ ਹੈ, ਵਿਦ ਦਾ ਕਮਿਸ਼ਨ ਦੈਟ ਜਿਹੜਾ ਕਿ ਅਸੀਂ ਕਮਿਸ਼ਨ ਏਜੰਟ ਜਾਂ ਆੜ੍ਹਤੀ ਨੂੰ ਦਿੰਦੇ ਆ, ਇਹਨੂੰ ਡੀਲਿੰਕ ਕੀਤਾ ਜਾਏ। ਇਸ ਤੋਂ ਮਤਲਬ ਇਹ ਹੈ ਕਿ ਆਪਾਂ ਨੂੰ ਇੱਕ ਪ੍ਰਾਈਸ ਫਿਕਸ ਕਰ ਦੇਣੀ ਚਾਹੀਦੀ ਹੈਗੀ ਹੈ ਕਿ ਭਾਵੇਂ ਜਿਹੜੀ ਚੀਜ਼ ਹੈਗੀ ਹੈ, ਭਾਵੇਂ ਕਣਕ ਦਾ ਰੇਟ 100 ਰੁਪਏ ਹੈ ਤੇ ਭਾਵੇਂ 200 ਰੁਪਏ ਹੈ, ਤੈਨੂੰ
ਐਜ਼ ਆੜਤੀਆ ਸਿਰਫ ਇੰਨਾ ਹੀ ਜਿਹੜੇ ਪੈਸੇ ਆ ਉਹ ਦਿੱਤੇ ਜਾਣਗੇ, ਇਸ ਤੋਂ ਵੱਧ ਨਹੀਂ ਦਿੱਤੇ ਜਾਣਗੇ ਜਿਹੜੇ ਤੂੰ ਆਪਰੇਸ਼ਨ ਕਰਦਾ। ਪਰ ਅਨਫੋਰਚੂਨੇਟਲੀ ਇਹ ਗੱਲ ਨਹੀਂ ਹੋਈ ਔਰ ਇਹਦੇ ਕਰਕੇ ਕ੍ਰਿਟਿਸਿਜ਼ਮ ਜਿਹੜਾ ਹੈਗਾ ਉਹ ਚੱਲਦਾ ਰਿਹਾ। ਹੁਣ ਬਾਕੀ ਜਿਹੜੀ ਗੱਲ ਤੁਸੀਂ ਗੱਲ ਕਰ ਰਹੇ ਹੋ ਵਨ ਮੰਡੀ ਦੀ, ਦੇਖੋ ਬੀਜੇਪੀ ਦੀ ਸਰਕਾਰ ਵੱਲੋਂ ਪਹਿਲਾਂ ਵੀ ਜਦੋਂ ਇਹ ਪਾਵਰ 'ਚ ਨਹੀਂ ਸੀ, ਇਹਨਾਂ ਵੱਲੋਂ ਇਹ ਡਿਮਾਂਡ ਕੀਤੀ ਜਾਂਦੀ ਸੀ ਕਿ ਅਸੀਂ ਦੇਸ਼ ਨੂੰ ਇੱਕ ਮੰਡੀ ਬਣਾਉਣਾ, ਜਿਹਦੇ ਵਿੱਚ ਜਿਹੜਾ ਕਿਸਾਨ ਹੈ ਉਸ ਨੂੰ ਅਸੀਂ ਟੋਟਲ ਫਰੀडम ਦੇਣੀ ਹੈ ਕਿ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉੱਤੇ ਜਾ ਕੇ ਆਪਣੀ ਪ੍ਰੋਡਿਊਸ ਵੇਚ ਸਕਦਾ। ਪਰੰਤੂ ਇਹ ਗੱਲ ਜਿਹੜੀ ਸਰਕਾਰ, ਇਹ ਬੀਜੇਪੀ ਪਹਿਲਾਂ ਵੀ ਕਹਿੰਦੀ ਸੀ, ਅੱਜ ਸਰਕਾਰ 'ਚ ਕਾਬਜ਼ ਹੈ, ਕਹਿ ਰਹੀ ਹੈ, ਇਹ ਗੱਲ ਬੜੇ ਚਿਰਾਂ ਤੋਂ ਚੱਲੀ ਆ ਰਹੀ ਹੈ। MSP ਹੋਣ ਦੇ ਬਾਵਜੂਦ ਵੀ ਕੋਈ ਵੀ ਜਿਹੜਾ ਕਿਸਾਨ ਹੈਗਾ ਕਿਸੇ ਵੀ ਜਗ੍ਹਾ ਦੇ ਉੱਤੇ ਜਾ ਕੇ ਇੰਡੀਆ ਦੇ ਵਿੱਚ ਆਪਣੀ ਪ੍ਰੋਡਿਊਸ ਵੇਚ ਸਕਦਾ। ਪ੍ਰੋਬਲਮ ਕਿੱਥੇ ਆਉਂਦੀ ਹੈ, ਜਿਹੜੀ ਕਿ ਹੁਣ ਵੀ ਆਉਣੀ ਹੈਗੀ ਆ, ਉਹ ਹੈਗੀ ਹੈ ਕਿ ਜਿਹੜਾ ਜ਼ਿਮੀਂਦਾਰ ਹੈਗਾ ਉਹਦੇ ਕੋਲ ਇੰਨੀ ਤਾਕਤ ਹੀ ਨਹੀਂ ਹੈ। ਜਿਹੜਾ ਛੋਟਾ ਜ਼ਿਮੀਂਦਾਰ ਹੈ ਜਿਹਦੇ ਕੋਲ 1 ਏਕੜ ਜਾਂ 2 ਏਕੜ ਜ਼ਮੀਨ ਹੈ, ਉਹ ਬੰਦਾ ਕੋਲ ਕਪੈਸਿਟੀ ਨਹੀਂ ਹੈਗੀ ਕਿ ਉਹ ਆਪਣੀ ਪ੍ਰੋਡਿਊਸ ਜਿਹੜੀ ਹੈਗੀ ਹੈ ਕਿਸੇ ਦੂਰ ਜਗ੍ਹਾ ਤੇ ਜਾ ਕੇ ਵੇਚ ਸਕੇ। ਬਿਲਕੁਲ ਠੀਕ ਹੈ, ਕਿਉਂਕਿ ਉਹ ਦੂਰ ਜਗ੍ਹਾ ਜਾ ਕੇ ਵੇਚ ਨਹੀਂ ਸਕਦਾ। ਉਹਦੇ ਕੋਲ ਕੋਈ ਨਾ ਤੇ ਉਹਦੇ ਕੋਲ ਜਾਣਕਾਰੀ ਹੈ, ਨਾ ਉਹਦੇ ਕੋਲ ਕੋਈ ਹੋਰ ਸਾਧਨ ਹੈ ਜਿਹਦੇ ਨਾਲ ਕਿ ਵੀ ਉਹ ਬਾਰਗੇਨਿੰਗ ਕਿਸੇ ਜਗ੍ਹਾ ਤੇ ਉੱਤੇ ਕਰ ਸਕੇ। ਇੱਕ ਹੁੰਦਾ ਬਾਰਗੇਨਿੰਗ ਕਰਨਾ। ਦੇਖੋ ਜੇ ਤੁਹਾਡੇ ਕੋਲ ਬਾਰਗੇਨਿੰਗ ਪਾਵਰ ਨਹੀਂ ਹੈ, ਸਿਸਟਮ ਬਾਰਗੇਨਿੰਗ ਦਾ ਲਿਆ। ਦੇਖੋ ਇਹਨਾਂ ਨੇ ਜਿਹੜਾ ਹੁਣ ਸਿਸਟਮ ਲਿਆਂਦਾ, ਇਹ ਲਿਆਂਦਾ ਬਾਰਗੇਨਿੰਗ ਦਾ ਸਿਸਟਮ। ਅਨਫੋਰਚੂਨੇਟਲੀ ਜਿਹੜੇ ਆਪਣੇ ਫਾਰਮਰਸ ਹੈ, ਉਹ ਜਦੋਂ ਦੀ ਡਾਕਟਰ ਮਨਮੋਹਨ ਸਿੰਘ ਵੱਲੋਂ ਲਿਬਰਲਾਈਜੇਸ਼ਨ ਕੀਤੀ ਹੈ ਇਕਨੋਮੀ ਦੀ 1991 ਤੋਂ, ਉਸ ਤੋਂ ਬਾਅਦ ਲਗਾਤਾਰ ਆਪਣੇ ਜਿਹੜੇ ਸੁਇਸਾਈਡ ਹੈ ਉਹ ਹੋ ਰਹੇ ਹੈ। ਠੀਕ ਹੈ ਜੀ, ਉਹ ਭਾਵੇਂ ਪੰਜਾਬ 'ਚ ਹੈ, ਹਰਿਆਣੇ 'ਚ ਹੈ, ਤੁਹਾਡੇ ਯੂਪੀ 'ਚ ਹੈ, ਮਹਾਰਾਸ਼ਟਰ 'ਚ ਹੈ। ਉਹਦਾ ਕਾਰਨ ਕੀ ਹੈ? ਉਹ ਇਹ ਚੀਜ਼ ਦਾ ਸੂਚਕ ਹੈਗੇ ਆ, ਇੱਕ ਸਿੰਬਲ ਹੈ ਕਿ ਜਿਹੜੀ ਸਾਡੀ ਕਿਸਾਨੀ ਹੈ ਇਹ ਹੁਣ ਸਸਟੇਨੇਬਲ ਨਹੀਂ ਰਹੀ, ਇਹ ਵਾਇਬਲ ਨਹੀਂ ਰਹੀ। ਕਿਸੇ ਵੇਲੇ ਇਹ ਵੇ ਆਫ ਲਾਈਫ ਹੁੰਦੀ ਸੀ ਜਿਹੜੀ ਕਿਸਾਨੀ ਸੀ, ਪਰ ਅੱਜ ਦੀ ਡੇਟ ਦੇ ਵਿੱਚ ਜਿਹੜੀ ਕਿਸਾਨੀ ਹੈਗੀ ਹੈ ਉਹ ਭੁੱਖਮਰੀ ਦਾ ਇੱਕ ਸੋਮਾ ਬਣ ਗਈ ਹੈ। ਔਰ ਜਿਹੜਾ ਸਮਾਂ ਹੁਣ ਆ ਰਿਹਾ ਹੈ ਉਹਦੇ ਨਾਲ ਛੋਟੇ ਤੇ ਜਿਹੜੇ ਮਾਰਜਨਲ ਕਿਸਾਨ ਹੈਗੇ ਆ ਉਹਨਾਂ ਕੋਲੋਂ ਲੈਂਡ ਖੁੱਸ ਜਾਣੀ ਹੈ, ਉਹ ਬਿਨਾਂ ਜ਼ਮੀਨ ਤੋਂ ਹੋ ਜਾਣਗੇ, ਲੈਂਡਲੈਸ ਲੇਬਰ ਦੇ ਤੌਰ ਤੇ ਉਹਨਾਂ ਦਾ ਅੰਤ ਹੋਣਾ ਹੈ। ਕਿਸੇ ਵੇਲੇ ਜਿਸ ਕੋਲ ਛੋਟੇ ਕਿਸਾਨ ਤੋਂ ਮਤਲਬ ਹੈ ਜਿਹਦੇ ਕੋਲ 1 ਏਕੜ ਜਾਂ 2 ਏਕੜ ਹੈਗੀ ਹੈ ਜਾਂ 5 ਏਕੜ ਤੱਕ ਹੈ, ਜਿਸ ਤਰ੍ਹਾਂ ਦਾ ਨਵਾਂ ਨਿਜ਼ਾਮ ਆ ਰਿਹਾ ਹੈ ਉਹਦੇ ਮੁਤਾਬਕ ਇਹ ਮੇਰੀ ਆਪਣੀ ਰਿਪੋਰਟ ਨਹੀਂ ਹੈ, ਇਹ ਜਿਹੜੀ ਯੂਨਾਈਟਿਡ ਨੇਸ਼ਨਸ ਦੀ ਰਿਪੋਰਟ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਛੋਟਾ ਤੇ ਜਿਹੜਾ ਮੱਧਮ ਵਰਗ ਦਾ ਜਿਹੜਾ ਕਿਸਾਨ ਹੈ ਉਹ ਇਸ ਸੀਨ ਤੋਂ ਐਲੀਮੀਨੇਟ ਹੋ ਜਾਏਗਾ, ਕਿਉਂਕਿ ਇਹਦੇ ਫੋਰਸਸ ਜਿਹੜੀਆਂ ਇੰਨੀਆਂ ਸਟਰੋਂਗ ਹੈ ਕਿ ਉਹ ਉਹਨਾਂ ਫੋਰਸਸ ਦੇ ਖਿਲਾਫ ਠਹਿਰ ਹੀ ਨਹੀਂ ਸਕਦਾ। ਕਿਤੇ ਵੀ ਲੱਗਾ ਸੀ ਮੈਂ ਸਵਾਲ ਮੇਰੇ ਤਰ੍ਹਾਂ ਤੁਸੀਂ ਕੀਤੀ ਵੀ ਇਹ 2 ਏਕੜ ਵਾਲਾ 3 ਐਲੀਮੀਨੇਟ ਹੋ ਜਾਣਾ, ਐਲੀਮੀਨੇਟ ਹੋ ਜਾਣਾ। ਲੇਕਿਨ ਜਿਹੜੀ ਸਾਡੇ ਦੇਸ਼ ਦੀ ਜਿਹੜੀ ਵਾਤਾਵਰਨ ਹੈ, ਹਾਂਜੀ, ਆਰਥਿਕ ਲੋਕਾਂ ਦੀ ਸੋਸ਼ਲ ਸਟੇਟਸ, ਲੋਕਾਂ ਦਾ ਆਰਥਿਕ ਸਟੇਟਸ, ਤੇ ਜਿਸ ਤਰ੍ਹਾਂ ਲੋਕਾਂ ਦੀ ਜਿਹੜੀ ਮੈਜੋਰਟੀ ਆਫ ਦੀ ਪੀਪਲ ਜਿਹੜੇ ਹਿੰਦੁਸਤਾਨ ਦੇ ਆ ਉਹਨਾਂ ਦਾ ਕਿੱਤਾ, ਨੰਬਰ 1। ਨੰਬਰ 2, ਜਿਹੜੀ ਆਪਾਂ ਗੱਲ ਕੀਤੀ UNO ਦੀ ਜਾਂ ਯੂਨਾਈਟਿਡ ਨੇਸ਼ਨ ਦੀ ਵੀ ਇਹ ਇਸ ਤਰ੍ਹਾਂ ਸਿਸਟਮ ਹੋ ਜਾਏਗਾ, ਉਹਦੇ ਵਿੱਚ ਕਈਆਂ ਮੁਲਕਾਂ ਨੇ ਤਿਆਰੀ ਕੀਤੀ ਸੀ, ਆਪਣੇ ਸਿਸਟਮ ਨੂੰ ਇੰਪਰੂਵ ਕੀਤਾ ਸੀ, ਉਹਦੀ ਇੰਡਸਟਰੀਅਲ ਡਿਵੈਲਪਮੈਂਟ ਕੀਤੀ ਸੀ, ਉਹਦੀ ਸੋਸ਼ਲ ਹੋਰ ਸੈਕਟਰਾਂ ਦੇ ਵਿੱਚ ਡਿਵੈਲਪਮੈਂਟ ਕੀਤੀ ਸੀ, ਔਰ ਸੈਲਫ ਟ੍ਰੇਨਿੰਗ ਜਿਹੜੇ ਹੁੰਦੇ ਜਿਹਨੂੰ ਕਹਿੰਦੇ ਆਪਾਂ ਸਕਿਲਡ ਜਿਹੜੇ ਉਹ ਤਿਆਰ ਕੀਤੇ ਸੀ। ਉਹਨਾਂ ਵਾਸਤੇ ਇੱਕ ਆਰਥਿਕ ਪਾਕਟਸ ਜਿਹੜੀਆਂ ਡਿਵੈਲਪ ਕਰਤੀਆਂ ਸੀ ਤਾਂ ਕਿ ਉਹਨਾਂ ਨੂੰ ਪਾਕਟਸ ਦੇ ਵਿੱਚ ਐਡਜਸਟ ਕੀਤਾ ਜਾਵੇ ਉਹਨਾਂ ਦੇ ਸਟੇਟਸ ਦੇ ਮੁਤਾਬਕ, ਉਹਨਾਂ ਦੇ ਟ੍ਰੇਨਿੰਗ ਦੇ ਮੁਤਾਬਕ, ਤਾਂ ਕਿ ਉਹਨਾਂ ਨੂੰ ਉਹਨਾਂ ਦੀ ਆਰਥਿਕਤਾ ਉੱਤੇ ਸੱਟ ਨਾ ਵੱਜੇ, ਕਿਉਂਕਿ ਸਭ ਤੋਂ ਵੱਡੀ ਤਾਂ ਆਰਥਿਕਤਾ ਦੀ ਗੱਲ ਹੁੰਦੀ ਹੈ। ਲੇਕਿਨ ਇੱਥੇ ਜਿਹੜਾ ਚੀਜ਼ ਆ ਰਹੀ ਹੈ ਵੀ ਅਸੀਂ ਉਹਨਾਂ ਲੋਕਾਂ ਨੂੰ ਤਿਆਰ ਤਾਂ ਕੀਤਾ ਨਹੀਂ, ਜਿਹੜਾ ਮਤਲਬ ਆਪਾਂ ਜੇ ਤਿਆਰ ਕੀਤਾ, ਇੰਡਸਟਰੀਅਲਾਈਜੇਸ਼ਨ ਲਿਆਂਦੀ ਹਿੰਦੁਸਤਾਨ ਦੇ ਵਿੱਚ ਜਾਂ ਨਵੀਂ IT ਏਰੀਆ ਸੈਕਟਰ ਡਿਵੈਲਪ ਕੀਤਾ, ਉਹਦੇ ਵਿੱਚ ਜਿਹੜਾ ਹੁਣ ਕ੍ਰਾਈਸਿਸ ਆਇਆ ਕੋਵਿਡ ਦਾ, ਸਮਝ ਰਹੇ ਮੇਰੀ ਗੱਲ, ਕੋਵਿਡ ਦਾ ਕ੍ਰਾਈਸਿਸ ਆਇਆ, ਉਹ ਇੰਡਸਟਰੀ ਸੰਭਾਲ ਨਹੀਂ ਸਕੀ, ਫੇਸ ਨਹੀਂ ਕਰ ਸਕੀ, ਗਰੋਥ ਸਾਡੀ GDP ਜਿਹੜੀ ਆ ਮਾਈਨਸ ਤੇ ਚਲੇਗੀ। ਈਵਨ ਕਿ ਗਵਰਨਮੈਂਟ ਨੇ ਉਹਨਾਂ ਨੂੰ ਸਬਸਿਡੀਆਂ ਦਿੱਤੀਆਂ, ਉਹਨਾਂ ਨੂੰ ਕੰਸੈਸ਼ਨ ਦਿੱਤੀਆਂ, ਉਹਨਾਂ ਦੇ ਕਰਜ਼ੇ ਵੀ ਮਾਫ ਕੀਤੇ। ਕਿਸਾਨੀ ਸੈਕਟਰ ਦਾ ਅਸੀਂ ਕਰਜ਼ਾ ਵੀ ਮਾਫ ਨਹੀਂ ਕੀਤਾ, ਕੁਛ ਸਟੇਟਾਂ ਨੇ ਆਪਣੇ ਡਿਜੀਟਲ ਲੈਵਲ ਦੇ ਉਹਨਾਂ ਦੇ ਕਰਜ਼ੇ ਮਾਫ ਕੀਤੇ, ਹਾਂਜੀ, ਲੇਕਿਨ ਉਹਦਾ ਕੋਈ ਰਿਜ਼ਲਟ ਐਡਾ ਪੋਜ਼ਿਟਿਵ ਨਹੀਂ ਹੈ, ਨੈਗੇਟਿਵ, ਜ਼ਿਆਦਾ ਨੈਗੇਟਿਵ ਹੀ ਰਿਹਾ, ਸੁਸਾਈਡਸ ਵੀ ਆਈਆਂ। ਲੇਕਿਨ ਇਸ ਦੇ ਬਾਵਜੂਦ ਵੀ ਜਿਹੜੀ GDP ਕਿਸਾਨਾਂ ਦੀ ਸੀ 3% ਇਨਕਰੀਜ਼ ਹੋਈ,
ਇਹਦਾ ਮਤਲਬ ਅਗਰ ਕਿਸਾਨੀ ਸੈਕਟਰ ਜਿਹੜੇ ਕਾਇਮ ਨਾ ਹੁੰਦਾ, ਸੋਲਿਡ ਨਾ ਹੁੰਦਾ, ਤੇ ਅੱਜ ਦੇਸ਼ ਦੀ ਆਰਥਿਕਤਾ ਜਾਂ ਦੇਸ਼ ਦੀ ਨੌਜਵਾਨੀ ਤੇ ਜਾਂ ਦੇਸ਼ ਦੀ ਪਾਪੂਲੇਸ਼ਨ, ਮੈਜੋਰਟੀ ਪਾਪੂਲੇਸ਼ਨ, ਉਹਦੀ ਕੀ ਵਿਜ਼ਨ ਹੋਣੀ ਸੀ, ਇਹ ਦੱਸੋ ਜਰਾ। ਦੇਖੋ ਇਸ ਤਰ੍ਹਾਂ ਜੀ ਕਿ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਵੀ ਕੋਈ ਚੀਜ਼ ਸਰਕਾਰ ਦੇ ਪੱਧਰ ਦੇ ਉੱਤੇ ਤਬਦੀਲੀ ਵਾਲੇ ਪਾਸੇ ਲਿਆਂਦੀ ਜਾਂਦੀ ਹੈ ਤਾਂ ਆਮ ਤੌਰ ਤੇ ਐਕਸਪੈਕਟ ਕੀਤਾ ਜਾਂਦਾ ਕਿ ਸਰਕਾਰ ਉਸ ਦੇ ਲਈ ਲੋਕਾਂ ਨੂੰ ਤਿਆਰ ਕਰੇ ਹੁਣ ਅਨਫੋਰਚੂਨੇਟਲੀ ਜਿੱਦਾਂ ਹੁਣ ਅੱਜ ਦੀ ਡੇਟ 'ਚ ਆਪਾਂ ਵੇਖ ਰਹੇ ਹਾਂ, ਹੁਣ ਆਪਾਂ ਇਹ ਤਾਂ ਕਹਿੰਦੇ ਹਾਂ ਕਿ MSP ਦੇ ਵਿੱਚ ਥੋੜੇ ਬਹੁਤੇ ਨੁਕਸ ਸੀ ਜਿਹੜਾ ਕਿ ਠੀਕ ਕਰਕੇ ਆਪਾਂ ਉਹਨੂੰ ਚਾਲੂ ਰੱਖ ਸਕਦੇ ਸੀ, ਪਰ ਉਸ ਨੂੰ ਇੱਕੋ ਦਮ ਅਬੈਂਡਨ ਕਰ ਦੇਣਾ, ਉਸ ਨੂੰ ਖਾਰਜ ਕਰ ਦੇਣਾ, ਉਹਦੇ ਨਾਲ ਜਿਹੜੇ ਉਹਦੇ ਕੌਨਸੀਕੁਐਂਸਸ ਹੈਗੇ ਆ ਉਹ ਬਹੁਤ ਮਾੜੇ ਹੋਣ ਦੇ ਚਾਂਸਸ ਹੈ। ਜਦੋਂ ਕਿ ਜਿੱਦਾਂ ਹੁਣ ਆਪਾਂ ਪਹਿਲਾਂ ਵੀ ਇੱਕ ਵਾਰ ਦੋ ਵਾਰੀ ਗੱਲ ਕੀਤੀ ਹੈਗੀ ਹੈ ਕਿ ਜਿੱਦਾਂ ਡੀਮੋਨੇਟਾਈਜੇਸ਼ਨ ਦੀ ਗੱਲ ਸੀ ਜਾਂ ਤੁਹਾਡੀ GST ਲਾਗੂ ਕਰਨ ਦੀ ਗੱਲ ਸੀ, GST ਨੇ ਬੜਾ ਵੱਡਾ ਫਿਰ ਕੋਵਿਡ ਬਾਰੇ ਜਿਹੜੀਆਂ ਆਪਾਂ ਲੋਕਡਾਊਨਸ ਕੀਤੇ ਆ ਉਹਦੀ ਗੱਲ ਸੀ। ਇਹ ਫੀਲ ਕੀਤਾ ਜਾ ਰਿਹਾ ਹੈਗਾ ਸੀ ਕਿ ਸਰਕਾਰ ਵੱਲੋਂ ਲੋਕਾਂ ਨੂੰ ਇਹਨਾਂ ਤਿੰਨਾਂ ਚੀਜ਼ਾਂ ਦੇ ਲਈ ਪਹਿਲਾਂ ਤਿਆਰ ਨਹੀਂ ਕੀਤਾ ਗਿਆ। ਦੇਖੋ ਨਾ ਹੁਣ GST ਲਾਗੂ ਹੋਈ, ਡੀਮੋਨੇਟਾਈਜੇਸ਼ਨ ਲਾਗੂ ਹੋਈ, ਪ੍ਰਾਈਮ ਮਿਨਿਸਟਰ ਵੱਲੋਂ ਇੱਕ ਰਾਤ ਨੂੰ 8 ਵਜੇ ਅਨਾਉਂਸਮੈਂਟ ਕਰ ਦਿੱਤੀ ਗਈ ਕਿ ਅਗਲੇ 4 ਘੰਟਿਆਂ 'ਚ ਜਿਹੜੀ ਇੰਪਲੀਮੈਂਟੇਸ਼ਨ ਹੋ ਜਾਏਗੀ। ਹੁਣ ਕੋਵਿਡ ਦੇ ਕੇਸ 'ਚ ਵੀ ਕੀ ਹੈ, ਜਿਹੜੀ ਆਪਾਂ ਜ਼ਿਮੀਂਦਾਰਾਂ ਦੀ ਜਾਂ ਜਿਹੜੀ ਲੇਬਰ ਦੀ ਗੱਲ ਕਰ ਰਹੇ ਹਾਂ, ਜੋ ਉਹਨਾਂ ਦਾ ਜਿਹੜਾ ਹੈਗਾ ਦੁਖਾਂਤ ਹੋਇਆ ਉਹਨਾਂ ਪੀਰੀਅਡ ਦੇ ਵਿੱਚ ਤੁਸੀਂ ਲਾ ਲਓ ਮਾਰਚ, ਅਪ੍ਰੈਲ, ਮਈ, ਜੂਨ ਤੱਕ, ਜਦੋਂ ਆਪਾਂ ਦੇਖਦੇ ਹਾਂ ਕਿ ਲੋਕ ਜਿਹੜੇ ਹੈਗੇ ਆ ਸੜਕਾਂ ਦੇ ਤੁਰੇ ਫਿਰਦੇ ਆ, ਬੱਚੇ ਰੁਲਦੇ ਪਏ ਆ, ਹੁਣ ਉਹਦਾ ਕਾਰਨ ਕੀ ਸੀ ਕਿ ਠੀਕ ਹੈ ਸਰਕਾਰ ਵੱਲੋਂ ਕਿਹਾ ਗਿਆ ਕਿ ਅਸੀਂ ਇੰਡਸਟਰੀ ਨੂੰ ਕਹਿੰਦੇ ਆ ਕਿ ਉਹ ਜਿਹੜੇ ਉਹਨਾਂ ਦੇ ਵਰਕਰਸ ਹੈ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਜਿਹੜੀ ਹੈ ਬੇਸਿਕ ਪੇ ਦਿੱਤੀ ਜਾਏ, ਬੇਸਿਕ ਵੇਜਸ ਦਿੱਤੇ ਜਾਣ, ਠੀਕ ਹੈ, ਔਰ ਸਰਕਾਰ ਇਹ ਵੀ ਕਰੇਗੀ ਕਿ ਉਹਨਾਂ ਨੂੰ ਅਸੀਂ ਜਿਹੜੇ ਬੇਸਿਕ ਖਾਣ ਪੀਣ ਦੇ ਲਈ ਚੀਜ਼ਾਂ ਵੀ ਦੇਵਾਂਗੇ, ਠੀਕ ਹੈ। ਪਰ ਪ੍ਰੈਕਟੀਕਲੀ ਕੀ ਸੀ ਕਿ ਲੋਕ ਬਾਹਰ ਸੜਕਾਂ ਦੇ ਉੱਤੇ ਉਦੋਂ ਆਏ ਜਦੋਂ ਉਹਨਾਂ ਨੇ ਦੇਖਿਆ ਕਿ ਸਾਨੂੰ ਨਾ ਤਾਂ ਕੋਈ ਖਾਣ ਨੂੰ ਮਿਲਦਾ ਹੈਗਾ, ਠੀਕ ਹੈ। ਹੁਣ ਜਦੋਂ ਆਪਾਂ ਪਿੱਛੇ ਵੀ ਗੱਲ ਕੀਤੀ ਸੀ, ਜੇ ਦਿੱਲੀ ਦੇ ਵਿੱਚ 5 ਲੱਖ 10 ਲੱਖ ਲੋਕਾਂ ਨੂੰ ਇੱਕ ਗੁਰਦੁਆਰਾ ਸਿੱਖ ਕਮੇਟੀ ਜਿਹੜੀ ਹੈ, ਦਿੱਲੀ ਸਿੱਖ ਗੁਰਦੁਆਰਾ ਕਮੇਟੀ ਖਵਾ ਰਹੀ ਹੈ, ਇਹਦਾ ਮਤਲਬ ਕਿਤੇ ਨਾ ਕਿਤੇ ਇਹ ਇਸ ਗੱਲ ਦਾ ਸੰਕੇਤ ਹੈ ਕਿ ਕੋਈ ਸਰਕਾਰ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀ। ਇਸ ਕਰਕੇ ਜਿਹੜੀਆਂ ਧਾਰਮਿਕ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਲੋਕਾਂ ਨੂੰ ਰੋਟੀ ਖਵਾਉਣ ਦਾ ਜਿਹੜਾ ਕੰਮ ਹੈ ਉਹ ਸੌਂਪਿਆ ਜਾ ਰਿਹਾ, ਉਹ ਕਰਨਾ ਪੈ ਰਿਹਾ। ਸੋ ਇਸ ਕਰਕੇ ਜਿੰਨਾ ਚਿਰ ਸਰਕਾਰ ਲੋਕਾਂ ਨੂੰ ਤਿਆਰ ਨਹੀਂ ਕਰਦੀ ਉਹਨਾਂ ਚਿਰ, ਔਰ ਉਸ ਤੋਂ ਪਹਿਲਾਂ ਜਿਹੜਾ ਡਾਇਲਾਗ, ਹੁਣ ਦੇਖੋ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਜਦੋਂ ਕੁਝ ਜਿਹੜੀਆਂ ਫਾਰਮਰਸ ਦੀਆਂ ਜਿਹੜੀਆਂ ਸੰਸਥਾਵਾਂ ਹੈਗੀਆਂ, ਜਿਹੜੀ ਯੂਨੀਅਨਸ ਹੈਗੀਆਂ, ਜਿਹੜੇ ਉਹਨਾਂ ਨੇ ਧਰਨੇ ਮਾਰੇ ਦਿੱਲੀ ਦੇ ਵਿੱਚ, ਉਹਨਾਂ ਬਾਰੇ ਕੋਈ ਵੀ ਜਿਹੜਾ ਪਹਿਲਾ ਡਾਇਲਾਗ ਸਰਕਾਰ ਵੱਲੋਂ ਨਹੀਂ ਕੀਤਾ ਗਿਆ। ਜੇ ਡਾਇਲਾਗ ਕੀਤਾ ਹੁੰਦਾ ਤਾਂ ਇਸ ਤਰ੍ਹਾਂ ਦੇ ਧਰਨੇ ਨਹੀਂ ਵੱਜਣੇ ਸੀ। ਇੱਥੇ ਆਪ ਪੁਆਇੰਟ ਤੇ ਆਉਣੇ ਆ, ਆਪਾਂ ਥੋੜਾ ਬ੍ਰੇਕ ਦਾ ਟਾਈਮ ਹੋ ਗਿਆ, ਠੀਕ ਹੈ ਜੀ, ਤੇ ਆਪਾਂ ਬ੍ਰੇਕ ਤੋਂ ਬਾਅਦ ਇਹਨੂੰ ਕੰਟੀਨਿਊ ਰੱਖਾਂਗੇ। ਬ੍ਰੇਕ ਤੋਂ ਪਹਿਲਾਂ ਮੈਂ ਫਿਰ ਕਹਾਂਗਾ, ਇੱਕ ਐਡ ਆ ਕਿ ਸਰਦਾਰ ਇੰਦਰਬੀਰ ਸਿੰਘ ਜੀ ਰੀਅਲ ਸਟੇਟ ਦਾ ਕੰਮ ਵੀ ਕਰਦੇ ਨੇ, ਤੇ ਇਹਨਾਂ ਦਾ ਹੇਠ ਲਿਖੀ ਸਕਰੀਨ ਤੇ ਨੰਬਰ ਆ ਰਿਹਾ, ਔਰ ਜਦੋਂ ਤੁਸੀਂ ਮਕਾਨ ਲੈਣਾ ਹੋਵੇ ਜਾਂ ਕੋਈ ਪ੍ਰਾਪਰਟੀ ਖਰੀਦਣੀ ਹੋਵੇ ਇਹਨਾਂ ਨੂੰ ਕੰਟੈਕਟ ਕਰੋ, ਤੁਹਾਨੂੰ ਸਹੀ ਰਾਇ ਦੇਣਗੇ, ਤੇ ਸਰਦਾਰ ਇੰਦਰਬੀਰ ਸਿੰਘ ਨੂੰ ਜ਼ਰੂਰ ਸੰਪਰਕ ਕਰੋ। ਹੁਣ ਬ੍ਰੇਕ ਤੇ ਜਾਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਅਸੀਂ ਇਹ ਪ੍ਰੋਗਰਾਮ ਅੱਜ ਦੇ ਮੁੱਦੇ ਲੈ ਕੇ ਹਾਜ਼ਰ ਹੋਵਾਂਗੇ, ਜਾਰੀ ਰਹੇਗਾ।